अस्सलाम वालेकुम। प्रोग्राम किसान कहानी के साथ मैं हूं आपका मेज़बान रिजवान खान। इस प्रोग्राम का आगाज़ करने का मकसद ये था कि हमने आपको बताना है कि किसान के लिए क्या ज़रूरी है, काश्त के लिए क्या ज़रूरी है और सबसे बेहतरीन चीज़ कि कौन सी फसल कब कैसे काश्त की जाए। ਆ ਚੌਈ ਸਾਹਿਬ ਮੈਂ ਵੀ ਹਾਂ ਮੇਰਾ ਵੀ ਦੱਸੋ। ਅੱਜ ਦੇ ਪ੍ਰੋਗਰਾਮ 'ਚ ਸਾਡੇ ਖਸੂਸੀ ਮਹਿਮਾਨ ਨੇ ਭੋਲਾ ਜੀ। ਅੱਛਾ ਭੋਲਾ ਜੀ, ਮੇਰੀ ਗੱਲ ਸੁਣੋ, ਤੁਸੀਂ ਇੱਥੇ ਕਿਉਂ ਆਏ ਹੋ ਭਲਾ? ਆ ਜੀ ਚੌਧਰੀ ਸਾਹਿਬ ਕੀ ਦਸੀਏ, ਜ਼ਮੀਨਾਂ 'ਚ ਪਾਣੀ ਖੜਾ ਉੱਤੋਂ ਪੋਲਾ ਵੀ ਛੜਾ। ਭੋਲੇ ਤੇਰੀਆਂ ਇੰਨਾ ਗੱਲਾਂ ਕਰਕੇ ਤੇਰਾ ਵਿਆਹ ਨਹੀਂ ਹੁੰਦਾ। ਤੂੰ ਮੇਰੀ ਗੱਲ ਸੁਣ, ਤੂੰ ਜੇ ਇੰਨਾ ਕੁ ਛੜਾ ਹੈ ਤੇ ਜ਼ਮੀਨਾਂ 'ਚ ਇੰਨਾ ਕੁ ਪਾਣੀ ਖੜਾ ਹੈ ਤੁਹਾਡੇ, ਤੇ ਤੂੰ ਕੋਈ ਵਾਈ ਸ਼ਾਈ ਕਿਉਂ ਨਹੀਂ ਕਰ ਲੈਂਦਾ? ਆ ਚੌਧਰੀ ਸਾਹਿਬ ਸਾਰੀ ਜ਼ਿੰਦਗੀ ਮਰਾਸੀਪਨ ਕੀਤਾ ਤੇ ਹੁਣ ਅਸੀਂ ਵਾਹੀ ਕਿਵੇਂ ਕਰ ਲਈਏ? ਭੋਲੇ, ਜ਼ਮੀਨਦਾਰਾ ਅੱਜ ਦੇ ਦੌਰ 'ਚ ਕੋਈ ਔਖਾ ਨਹੀਂ ਰਿਹਾ। ਪਹਿਲੀ ਗੱਲ ਕਿ ਅਗਰ ਤੂੰ ਜ਼ਮੀਨਦਾਰਾ ਕਰ ਲਿਆ ਚੰਗਾ, ਤੂੰ ਨਹੀਂ ਰਹਿਣਾ ਛੜਾ। ਦੂਜੀ ਗੱਲ ਕਿ ਤੇਡੇ ਜਿਹੜੇ ਸਾਰੇ ਕਰਜ਼ੇ ਨੇ ਉਹ ਵੀ ਲੈ ਜਾਣ। ਅੱਜ ਦੇ ਦੌਰ 'ਚ ਜਿੱਦਾਂ ਖਾਸ ਤੌਰ ਤੇ ਮੋਬਾਈਲ ਦੀ ਸਕੀਮਾਂ ਆਈਆਂ ਨੇ, ਤੂੰ ਮੋਬਾਈਲ ਦੀਆਂ ਐਪਲੀਕੇਸ਼ਨਾਂ ਲੈ ਡਾਊਨਲੋਡ ਕਰ। ਤੈਨੂੰ ਪਤਾ ਹੈ ਭਲਾ, ਤੂੰ ਆਪਣੇ ਮੋਬਾਈਲ ਦੇ ਜ਼ਰੀਏ ਸਾਰੀ ਮਾਲੂਮਾਤ ਲੈ ਸਕਦਾ, ਸਾਰਾ ਕੁਝ ਡਾਊਨਲੋਡ ਕਰਕੇ ਉਤੋਂ ਪੜ੍ਹ ਵੀ ਸਕਦਾ। ਜੇ ਅਗਰ ਪੜ੍ਹਨਾ ਨਹੀਂ ਆਂਦਾ ਤੇ ਸੁਣ ਵੀ ਸਕਦਾ, ਤੇ ਇੰਜ ਕਰਕੇ ਤੂੰ ਸਾਰਾ ਜ਼ਮੀਨਦਾਰਾ ਕਰ ਲੈਣਾ। ਹਾਂ ਚੌਈ ਸਾਹਿਬ, ਆ ਟਾਈਮ ਜ਼ਾਇਆ ਕੀਤੇ ਬਗੈਰ ਵਿੱਚ ਇੰਸਟਾਲ ਕਰ ਦੋ ਨਾ। ਯਾਰ ਭੋਲੇ, ਗੱਲ ਇੰਜ ਕਿ ਮੈਂ ਸਕੀਮ ਤੈਨੂੰ ਗਲਤ ਹੀ ਦੱਸ ਬੈਠਾ। ਇਹਦੇ 'ਚ ਉਹ ਸਾਰੀ ਕਹਾਣੀ ਹੋਣੀ ਨਹੀਂ। ਇਹ ਭਲਾ ਤੂੰ ਕਿੱਥੋਂ ਲਿਆ? ਆ ਕਿਸ਼ਤਾਂ ਤੇ ਲਿਆ ਮੈਂ ਜੀ। ਤੇ ਇਹ ਵੀ ਤੂੰ ਕਿਸ਼ਤਾਂ ਤੇ? ਭੋਲੇ, ਤੇਰੇ ਹਾਲ ਦੇ ਬਹੁਤ ਹੀ ਮਾੜੇ ਨੇ, ਬਿਲਕੁਲ ਤੇਰੀ ਸ਼ਕਲ ਵਰਗੇ। ਭੋਲੇ ਗੱਲ ਸੁਣ ਤੂੰ, ਹੁਣ ਤੇਰੇ ਲਈ ਅਸੀਂ ਲੈਨੇ ਆ ਦੂਜਾ ਮੋਬਾਈਲ, ਉਹਦੇ ਲਈ ਤੈਨੂੰ ਲੱਭ ਜਾਣਾ ਕਰਜ਼ਾ, ਠੀਕ ਹੈ? ਲੇਕਿਨ ਉਹਦੀ ਫਿਕਰ ਵੀ ਨਹੀਂ। ਫਿਲਹਾਲ ਤੇਰੇ ਕੋਲ ਇਹ ਵਾਲਾ ਮੋਬਾਈਲ ਹੈ ਨਾ, ਬਟਨ ਵਾਲਾ, ਇਹਦੇ ਤੋਂ ਵੀ ਤੂੰ ਕਾਲ ਕਰ ਸਕਦਾ। ਤੂੰ ਸਿਰਫ ਇਹ ਸਕਰੀਨ ਤੇ ਲਿਖਿਆ ਨੰਬਰ ਡਾਇਲ ਕਰਨਾ ਤੇ ਤੇਰੇ ਕੋਲ ਸਾਰੀ ਮਾਲੂਮਾਤ ਕਾਲ ਤੇ ਆ ਜਾਣ। ਜੇ ਅਗਰ ਤੂੰ ਮਾਹਿਰੀਨ ਨਾਲ ਗੱਲ ਕਰਨੀ ਤਾਂ ਵੀ ਤੂੰ ਸਿਰਫ ਨੰਬਰ ਡਾਇਲ ਕਰਕੇ 0 ਦਬਾਣਾ ਤੇ ਤੂੰ ਜ਼ਰੀ ਮਾਹਿਰੀਨ ਨਾਲ ਗੱਲ ਕਰਕੇ ਆਪਣੇ तमाम ਮਸਾਇਲ ਪੁੱਛ ਸਕਦਾ। ਪਹਿਲੇ ਤੈਨੂੰ ਦਸੀਏ ਕਿ ਤੇਰੇ ਜਿਹੜਾ ਸਾਰਾ ਦਰਿਆਈ ਪਾਣੀ ਆਇਆ ਹੈ, ਇਹ ਜ਼ਮੀਨ 'ਚ ਕੀ ਲੱਗ ਸਕਦਾ? ਆ ਜੀ ਦੱਸੋ ਨਾ ਫਿਰ ਕੀ ਲੱਗ ਸਕਦਾ? ਭੋਲੇ ਗੱਲ ਸੁਣ, ਤੂੰ ਕਦੇ ਵੇਖਿਆ ਕਿ ਤੇਰੇ ਪਿਛਲਿਆਂ ਨੇ ਕਦੇ ਜ਼ਮੀਨਦਾਰਾ ਕੀਤਾ ਹੋਵੇ? ਨਾ। ਸਾਰੀ ਉਮਰ ਤੁਸੀਂ ਢੋਲ ਵਜਾਏ ਨੇ, ਐਤਕੀ ਤੁਹਾਨੂੰ ਦਾੰਦ ਚਲਾਣੇ ਪੈਣੇ ਆ। ਜੇ ਇਸ ਵਾਰੀ ਮੈਂ ਵਾਹੀ ਕੀਤੀ ਤੇ ਕੀ ਮੇਰਾ ਵੀ ਟਰੈਕਟਰ ਨਿਕਲੇਗਾ? ਮੈਂ ਸੁਣਿਆ ਲੋਕਾਂ ਦੇ ਟਰੈਕਟਰ ਨਿਕਲ ਰਹੇ ਨੇ। ਉਹ ਭੋਲੇ, ਇੰਜ ਨਹੀਂ ਸੋਚੀਦਾ। ਲੇਕਿਨ ਤੈਨੂੰ ਭੋਲੇ ਮੈਂ ਸਕੀਮ ਦੱਸਦਾ, ਤੂੰ ਆਪਣੀ ਵਾਈ ਆਪ ਕਰੇਂਗਾ ਤੇ ਤੇਰਾ ਆਪਣਾ ਟਰੈਕਟਰ ਆਪ ਖਰੀਦੇਗਾ ਇਨਸ਼ਾ। ਸਭ ਤੋਂ ਪਹਿਲਾਂ ਭੋਲੇ ਤੂੰ ਕੀ ਕਰਨਾ, ਭਲਾ ਤੂੰ ਬਾਖਬਰ ਕਿਸਾਨ ਦੀ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰ ਲੈਣੀ। ਜਿਵੇਂ ਕਿ ਤੈਨੂੰ ਮੈਂ ਵਿਖਾ ਰਿਹਾ ਕਿ ਜਦੋਂ ਤੂੰ ਐਪਲੀਕੇਸ਼ਨ ਡਾਊਨਲੋਡ ਕਰੇਂਗਾ, ਇਹਦੇ ਵਿੱਚ ਤੇਰੇ ਕੋਲ ਸਾਰੀ ਐਡਵਾਈਜ਼ਰੀ ਆ ਜਾਣੀ। ਜੇ ਨਹੀਂ ਤੂੰ ਲਾਣਾ ਆਲੂ, ਕਿਉਂਕਿ ਤੁਹਾਡੀ ਜ਼ਮੀਨ ਵਿੱਚ ਚਾਹੀਏ ਕੀ ਰੇਤ। ਤੇ ਆ ਆਲੂ ਦਾ ਦਰਖਤ ਕਿੱਥੋਂ ਲੱਭੇਗਾ ਚੌਧਰੀ ਸਾਹਿਬ? ਯਾਰ ਭੋਲੇ, ਤੂੰ ਤੇ ਪੂਰਾ ਹੀ ਭੋਲਾ ਹੈ। ਆਲੂ ਦਾ ਦਰਖਤ ਨਹੀਂ ਹੁੰਦਾ, ਆਲੂ ਦਾ ਬੀਜ ਹੁੰਦਾ ਹੈ। ਤੇ ਆਲੂ ਦਾ ਬੀਜ ਤੁਸੀਂ ਇੱਕ ਸਰਟਨ ਸਾਈਜ਼ ਦਾ ਲਾਣਾ ਹੁੰਦਾ ਹੈ, ਮਤਲਬ ਨਾ ਜ਼ਿਆਦਾ ਵੱਡਾ ਤੇ ਨਾ ਜ਼ਿਆਦਾ ਛੋਟਾ। ਖਾਸ ਤੌਰ ਤੇ ਇਹਨਾਂ ਦਿਨਾਂ ਵਿੱਚ ਜਦੋਂ ਤੁਸੀਂ ਆਲੂ ਲਾਓਗੇ, ਦਰਜਾ ਹਰਾਰਤ ਹੁੰਦਾ ਹੈ ਜ਼ਿਆਦਾ, ਇਸ ਕਰਕੇ ਕੱਟ ਕੇ ਨਹੀਂ ਲਾਣਾ, ਜਦੋਂ ਕਿ ਪੂਰਾ ਬੀਜ ਲਾਣਾ। ਤੇ ਚੌਧਰੀ ਸਾਹਿਬ ਜੇ ਮੈਂ ਆਲੂ ਲਾਇਆ ਤਾਂ ਕੋਈ ਪੱਟ ਕੇ ਤੇ ਨਹੀਂ ਲੈ ਜਾਏਗਾ? ਭੋਲੇ, ਆਲੂ ਕਿਹੜਾ ਕੁੱਤੇ ਲੱਗਦੇ ਆ? ਆਲੂ ਜ਼ਮੀਨ ਦੇ ਵਿੱਚ ਹੁੰਦੇ ਆ, ਕੋਈ ਨਹੀਂ ਪੱਟ ਸਕਦਾ। ਇਸ ਲਈ ਤੂੰ ਉਹਦੀ ਪਰੇਸ਼ਾਨੀ ਨਹੀਂ ਲੈਣੀ। ਹੁਣ ਦਰਜਾ ਹਰਾਰਤ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਜਦੋਂ ਪੂਰਾ ਆਲੂ ਲੈਂਗਾ, ਤੇਰਾ 1000 ਤੋਂ 1200 ਕਿਲੋ ਤਕਰੀਬਨ ਬੀਜ ਲੱਗ ਜਾਏਗਾ। ਇਹਦੇ ਲਈ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਨਾ ਭੋਲੇ, ਆ ਜਿਹੜਾ ਵਿੱਚ ਲਿਖਿਆ ਹੈ, ਇਹ ਜਦੋਂ ਤੂੰ ਆਲੂ ਦੀ ਮਾਲੂਮਾਤ ਪੜ੍ਹੇਗਾ ਨਾ, ਇਹਦੇ ਵਿੱਚ ਤੇਰੇ ਕੋਲ ਲਿਖਿਆ ਹੋਇਆ ਹੈ ਕਿ ਆਲੂ ਲਈ ਸਭ ਤੋਂ ਖਾਸ ਚੀਜ਼ ਇਹ ਹੈ ਕਿ ਤੂੰ ਪਹਿਲੇ ਆਲੂ ਦਾ ਬੀਜ ਲਿਆ ਕੇ ਤੇ ਇਹਨੂੰ ਬਾਹਰ ਥੋੜੀ ਦੇਰ ਰੱਖ ਦੇਣਾ ਹੈ, ਤਾਂ ਕਿ ਕੁਝ ਦਿਨ ਆਲੂ ਆਪਣੇ ਆਪ ਨੂੰ ਬਾਹਰ ਦੇ ਮੌਸਮ ਦੇ ਨਾਲ ਬਰਾਬਰ ਕਰ ਲੈ। ਉਸ ਤੋਂ ਬਾਅਦ ਆਲੂ ਦਾ ਬੀਜ ਤੁਸੀਂ ਜ਼ਹਿਰ ਆਲੂਦ ਕਰਕੇ ਜ਼ਮੀਨ ਵਿੱਚ ਲਾਣਾ, ਤਾਂ ਕਿ ਉਹਨੂੰ ਜੁਆ ਨਾ ਪਏ ਤੇ ਆਲੂ ਨੂੰ ਕੀੜਾ ਨਾ ਖਾਵੇ। ਨਹੀਂ ਤੇ ਜੇ ਬਾਹਰ ਰੱਖਾਂਗੇ ਤੇ ਖਰਾਬ ਤੇ ਨਹੀਂ ਹੋ ਜਾਣਗੇ? ਨਹੀਂ, ਖਰਾਬ ਨਹੀਂ ਹੁੰਦਾ। ਤੇ ਮੈਨੂੰ ਸਿਰਫ ਇਹ ਡਰ ਹੈ ਕਿ ਤੇਰੀ ਬੁੱਢੀ ਨੇ ਪਕਾ ਕੇ ਚਿਪਸ ਬਣਾ ਲੈਣਾ। ਤੇ ਗੱਲ ਬੜੀ ਸੋਹਣੀ ਕੀਤੀ ਤੁਸੀਂ। ਤੇ ਚੋਰੀ, ਜਦੋਂ ਤੂੰ ਇਹ ਆਲੂ ਲਾਏਗਾ ਨਾ, ਤੇ ਆਲੂ ਲਾਉਣ ਤੋਂ ਬਾਅਦ ਜਦੋਂ ਤੂੰ 3 ਮਹੀਨਿਆਂ ਬਾਅਦ ਆਲੂ ਪੁੱਟਣੇ ਆ, ਤੇ ਤੇਰਾ ਵਿਆਹ ਹੋ ਜਾਣਾ। ਭੋਲੇ ਹਾਲੇ ਭੋਲੇ ਐਡਾ ਖੁਸ਼ ਨਾ ਹੋ, ਹਾਲੇ ਵਿਆਹ ਹੋਇਆ ਨਹੀਂ। ਤੇ ਭੋਲੇ ਇੰਜ ਦੀਆਂ ਸਾਰੀਆਂ ਸਕੀਮਾਂ ਤੈਨੂੰ ਲੱਭ ਜਾਣੀਆਂ ਬਾਖਬਰ ਕਿਸਾਨ ਐਪਲੀਕੇਸ਼ਨ ਨਾਲ।
ਤਾਂ ਹੁਣੀ ਡਾਊਨਲੋਡ ਕਰ ਤੇ ਸਾਰੀ ਦੀ ਸਾਰੀ ਮਾਲੂਮਾਤ ਉੱਥੋਂ ਪੜ੍ਹ ਲੈ। ਤੇ ਜਦੋਂ ਤੱਕ ਤੇਰੇ ਕੋਲ ਡਾਊਨਲੋਡ ਨਹੀਂ ਹੁੰਦਾ ਤਾਂ ਆ ਜਿਹੜਾ ਤੇਰਾ ਮੋਬਾਈਲ ਆ ਇਹਦੇ ਤੋਂ ਸਿਰਫ ਇਹ ਵਾਲਾ ਸਕਰੀਨ ਤੇ ਦਿੱਤਾ ਨੰਬਰ ਡਾਊਨਲੋਡ ਕਰ ਤੇ ਮਾਹਿਰੀਨ ਨਾਲ ਗੱਪ ਲਾ ਲੈ। ਔਰ ਚੋਈ ਸਾਹਿਬ ਮੈਂ ਆਲੂ ਲਾ ਕੇ ਆਇਆ। ਨਹੀਂ ਭੋਲੇ ਬਹਿ ਜਾ ਹਲੇ ਕਿੱਥੇ, ਤੂੰ ਮੌਸਮ ਵੇਖਿਆ? ਪਹਿਲੇ ਮੌਸਮ ਦੀ ਰਿਪੋਰਟ ਵੇਖ ਲੈ ਤੇ ਮੌਸਮ ਦੀ ਰਿਪੋਰਟ ਵੇਖਣ ਲਈ ਸਾਰੇ ਤੋਂ ਪਹਿਲੇ ਅਸੀਂ ਆਪਣੇ ਮੌਸਮ ਦੇ ਐਕਸਪਰਟ ਨੂੰ ਕਾਲ ਕਰਾਂਗੇ ਤੇ ਉਹਦੇ ਤੋਂ ਅਸੀਂ ਪੁੱਛਾਂਗੇ ਅੱਜ ਦਾ ਮੌਸਮ। ਆ ਚੌਧਰੀ ਸਾਹਿਬ ਇੱਥੇ ਫੋਨ ਕਰੋ ਨਾ, ਪੁੱਛੋ ਉਹਦੇ ਕੋਲੋਂ, ਮੈਂ ਜਾ ਕੇ ਆਲੂ ਲਾਣਾ ਹੈ। ਭੋਲੇ ਤੇਰੇ ਨੰਬਰ ਤੋਂ ਤੇ ਨਹੀਂ, ਚੱਲ ਮੈਂ ਤੇਰੀ ਅੱਜ ਮੌਸਮ ਦੇ ਮਾਹਿਰ ਨਾਲ ਗੱਲ ਕਰਾਣਾ, ਠੀਕ ਹੈ? ਤੂੰ ਮੇਰੇ ਨੰਬਰ ਤੋਂ ਅੱਜ ਗੱਲ ਕਰ ਲੈ ਤੇ ਕੱਲ ਤੂੰ ਆਪਣੇ ਨੰਬਰ ਤੋਂ ਆਪੇ ਹੀ ਗੱਲ ਕਰ ਲਈ। ਆ ਮੈਂ ਤੇਰੇ ਲਈ ਨੰਬਰ ਮਿਲਾਤਾ ਉਹਦਾ, ਆ ਲੈ ਭੋਲੇ ਮੌਸਮ ਦੇ ਮਾਹਿਰ ਨਾਲ ਗੱਲ ਕਰ ਲੈ, ਉਹਨੂੰ ਪੁੱਛ ਮੌਸਮ ਕਿੱਦਾਂ ਭਲਾ। ਹਾਂਜੀ ਸਲਾਮ ਅਲੈਕਮ। ਅਜੀ ਮੈਂ ਉਹ ਕਾੜੇ ਤੋਂ ਗੱਲ ਕਰ ਰਿਹਾ ਜੀ, ਮੈਨੂੰ ਦੱਸੋ ਮੌਸਮ ਕਿਵੇਂ ਦਾ ਹੈ, मैं आलू ला सकता कि नहीं? इस हफ्ते पाकिस्तान में तकरीबन 100% इलाकों में मौसम खुश्क रहेगा। बारिश के बिल्कुल इम्कानात नहीं है। पंजाब के मैदानी इलाकों में और सिंध के मैदानी इलाकों में स्मोक की शिद्दत बढ़ेगी। कराची के लाहौर के इलाकों में, फैसलाबाद के इलाकों में, पोटवार के इलाकों में मौसम खुश्क रहेगा। रात को सर्दी होगी, दिन में गर्मी होगी। इस तरह पंजाब के मैदानी और सिंध में भी दिन में गर्मी होगी, रातें कुछ खुशगवार होंगी। मुल्क के शुमाली इलाके, पहाड़ी इलाकों में फ़िलहाल मौसम जो है रात को सर्द, सुबह सर्द और दिन खुशगवार हैं। बलूचिस्तान में भी यही मौसम है। अगले 1 से 2 हफ्ते के दौरान बारिश के बिल्कुल इम्कानात नहीं है। मौसम ज़्यादातर खुश्क रहेगा। नवंबर के शुरू में उम्मीद है कि कुछ बारिशों के सिलसिले आ सकते हैं। तो गंदम के काश के इलाके जो है बनानी इलाके से पोटवार है और इसके अलावा पंजाब के तमाम मैदानी इलाके, KPK के इलाके, क्योंकि गंदम पाकिस्तान में हर जगह काश्त हो जाती है तो बारिश के इम्कानात नहीं है। पंजाब के जो दरियाई इलाके हैं जहाँ पे सैलाब आया और कुछ इलाकों में झीलें बन चुकी हैं उन सैलाब से, तो वहाँ पर गंदम कुछ इलाकों में जो दरिया के साथ इलाके हैं वहाँ पे इस साल क्या पता काश्त ना हो सके क्योंकि वतर नहीं आएगा, ज़मीन खुश्क नहीं होगी। इसके अलावा तो उन इलाकों में फ़िलहाल क्या पता गंदम काश्त ना हो सके क्योंकि अभी सर्दियाँ आ गई हैं तो एवेपोट्रांसपिरेशन भी कम हो जाती है जिसकी वजह से जो है पानी बुखारात भी नहीं बन सका, टेम्परेचर भी कम है। चलो जी ठीक है जी, मौसम का तो मैनू पता लग गया। हुण चौधरी साहब को मैं बीज का पता करा तो मैं आलू लावां। ठीक हो गया भोले, ਹੁਣ ਤੈਨੂੰ ਸਮਝ ਆ ਗਈ ਹੋਣੀ ਆ ਕਿ ਆਲੂ ਲਾਉਣ ਲਈ ਪਹਿਲੇ ਤੁਸੀਂ ਮੌਸਮ ਵੇਖਣਾ। ਲੇਕਿਨ ਬੋਲੇ ਅਗਰ ਤੈਨੂੰ ਕੋਈ ਵੀ ਮਸਲਾ ਆ ਜਾਂਦਾ ਤੇ ਤੈਨੂੰ ਮੇਰੇ ਕੋ ਆਉਣ ਦੀ ਲੋੜ ਨਹੀਂ, ਕਿਉਂਕਿ ਬਾਖਬਰ ਕਿਸਾਨ ਦੀ ਜਿਹੜੀ ਕਮਿਊਨਿਟੀ ਸੈਕਸ਼ਨ ਹੈ ਉਹਦੇ ਵਿੱਚ ਤੇਰੇ ਵਰਗੇ ਸਾਰੇ ਜ਼ਿਮੀਂਦਾਰ ਨੇ। ਉਹਨਾਂ ਜ਼ਿਮੀਂਦਾਰਾਂ ਦਾ ਇੱਕ ਗਰੁੱਪ ਬਣਿਆ ਜਿਹਦੇ ਵਿੱਚ ਤੁਸੀਂ ਸਿਰਫ ਜਾ ਕੇ ਆਪਣੇ ਮਸਲੇ ਬਿਆਨ ਕਰਨੇ ਨੇ। ਹਾਂਜੀ ਸਾਡਾ ਪਹਿਲੇ ਮਰਾਸੀਆਂ ਦਾ ਵੀ ਪਹਿਲੇ ਗਰੁੱਪ ਹੁੰਦਾ ਸੀ। ਉਹ ਯਾਰ ਉਹ WhatsApp ਗਰੁੱਪ ਹੈ ਜਿਹਦੇ ਤੁਸੀਂ ਵਿਆਹ ਸ਼ਾਦੀਆਂ ਲੈਂਦੇ ਹੋ, ਇਹ ਉਹ ਵਾਲਾ ਗਰੁੱਪ ਨਹੀਂ, ਇਹ ਜ਼ਮੀਨਦਾਰਾਂ ਦਾ ਗਰੁੱਪ ਹੈ। ਇਹਦੇ ਵਿੱਚ ਤੂੰ ਜਾ ਕੇ ਸਿਰਫ ਆਪਣੇ ਮਸਲਾ ਦੱਸਣਾ ਹੈ ਕਿ ਤੇਰੇ ਆਲੂ ਸਹੀ ਨਹੀਂ ਲੱਗ ਰਹੇ ਜਾਂ ਕੋਈ ਹੋਰ ਮਸਲਾ ਹੈ। ਉੱਥੇ ਜਿਹੜੇ ਨਾਲ ਦੇ ਜ਼ਮੀਨਦਾਰ ਨੇ ਉਹ ਵੀ ਤੈਨੂੰ ਉਹਦਾ ਹੱਲ ਦੱਸਣਗੇ ਤੇ ਉਸ ਤੋਂ ਇਲਾਵਾ ਜ਼ਰਾਈ ਮਾਹਿਰੀਨ ਵੀ ਤੈਨੂੰ ਉਹਦਾ ਹੱਲ ਦੱਸਣਗੇ। ਉਹਦੀ ਚੋਇਸ ਸਾਹਿਬ ਜਿਹੜੀਆਂ ਤੁਸੀਂ ਮੈਨੂੰ ਸਕੀਮਾਂ ਦੱਸੀਆਂ ਨੇ ਨਾ, ਉਹਨਾਂ ਤੇ ਮੈਨੂੰ ਇਜਾਜ਼ਤ ਦਿਓ ਤੇ ਇੱਕ ਜੱਪੀ ਤੇ ਨਾਲ ਪੱਪੀ ਵੀ ਦਿਓ। ਨਹੀਂ ਭੋਲੇ, ਭੋਲਾ ਬਣ, ਭੋਲਾ ਰਿਕਾਰਡ ਨਾ ਬਣ ਯਾਰ ਜਲਦੀ। ਬਹੁਤ ਨਾਜ਼ਰੀਨ ਸਾਰਿਆਂ ਦਾ ਸ਼ੁਕਰੀਆ। ਹੁਣ ਅਸੀਂ ਭੋਲਾ ਕਾਬੂ ਕਰਨਾ ਹੈ। ਅੱਲਾ ਹਾਫਿਜ਼। ਚੱਲ ਭੋਲੇ ਚੱਲ।